ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਨਮੋਲ ਵਿਚਾਰ ਚੈਨਲ ਵਿੱਚ ਆਪ ਸਭ ਦਾ ਸਵਾਗਤ ਹੈ। ਆਪਣੀ ਅੱਜ ਦੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਆ ਕਿ ਆਪਣੀ ਅੱਜ ਦੀ ਵੀਡੀਓ ਨੂੰ ਪੂਰਾ ਅੰਤ ਤੱਕ ਧਿਆਨ ਦੇ ਨਾਲ ਜ਼ਰੂਰ ਸੁਣਿਓ ਜੀ, ਕਿਉਂਕਿ ਅੱਜ ਦੀ ਵੀਡੀਓ ਦੇ ਵਿੱਚ ਕੀਤੀ ਜਾਣ ਵਾਲੀ ਇੱਕ ਇੱਕ ਗੱਲ ਬਹੁਤ ਕੀਮਤੀ ਆ, ਸਾਡੇ ਕੰਮ ਆਉਣ ਵਾਲੀ ਆ। ਤਾਂ ਇਸ ਕਰਕੇ ਵੀਡੀਓ ਨੂੰ ਪੂਰਾ ਸੁਣਨਾ, ਕਿਉਂਕਿ ਜਦੋਂ ਆਪਾਂ ਅੱਧੀ ਅਧੂਰੀ ਗੱਲ ਸੁਣਦੇ ਆ ਤਾਂ ਗੱਲ ਦੀ ਪੂਰੀ ਸਮਝ ਨਹੀਂ ਆਉਂਦੀ ਕਿ ਕੀ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਆ। ਇਸ ਕਰਕੇ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਜੀ। ਜੇਕਰ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਫਿਰ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਓ ਅਤੇ ਨਾਲ ਕਮੈਂਟ ਬਾਕਸ ਦੇ ਵਿੱਚ ਜਾ ਕੇ ਆਪਣੇ ਵਿਚਾਰ ਜਾਂ ਫਿਰ ਵਾਹਿਗੁਰੂ ਜੀ ਜ਼ਰੂਰ ਲਿਖ ਕੇ ਆਇਆ ਕਰੋ। ਤਾਂ ਆਓ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ। ਇਦਾਂ ਹੀ ਕਹਿੰਦੇ ਇੱਕ ਵਾਰ ਦੀ ਗੱਲ ਆ ਕਿ ਇੱਕ ਮਨੁੱਖ ਉਹਨੇ ਆਪਣਾ ਨਵਾਂ ਕਾਰੋਬਾਰ ਸ਼ੁਰੂ ਕੀਤਾ। ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਉਹਦਾ ਨਵਾਂ ਕੰਮ, ਨਵਾਂ ਕਾਰੋਬਾਰ ਬੜਾ ਸੋਹਣਾ ਚੱਲਿਆ, ਚੰਗੀ ਕਮਾਈ ਘਰ ਦੇ ਵਿੱਚ ਆਉਣੀ ਸ਼ੁਰੂ ਹੋ ਗਈ। ਤੇ ਆਪਾਂ ਪਹਿਲਾਂ ਵੀ ਗੱਲ ਕਰਦੇ ਹੁੰਦੇ ਨਾ ਕਿ ਕਈ ਮਨੁੱਖ ਅਜਿਹੇ ਨੇ, ਉਹ ਕੰਮਕਾਰ ਸ਼ੁਰੂ ਕਰਦਿਆਂ ਸਾਰ, ਘਰ ਦੇ ਵਿੱਚ ਪੈਸਾ ਆਉਂਦਿਆਂ ਸਾਰ ਹੀ ਅੰਦਾਜ਼ਾ ਲਗਾ ਲੈਂਦੇ ਨੇ ਕਿ ਹਾਂ ਹੁਣ ਮੇਰੇ ਕੋਲ ਖੁੱਲਾ ਪੈਸਾ ਹੋ ਗਿਆ ਹੈ ਅਤੇ ਇਹ ਪੈਸਾ ਸ਼ਾਇਦ ਇਸੇ ਤਰ੍ਹਾਂ ਮੇਰੇ ਕੋਲ ਰਹੇਗਾ। ਪਰ ਕਹਿੰਦੇ ਜਦੋਂ ਵੀ ਆਪਾਂ ਕੋਈ ਨਵਾਂ ਕੰਮਕਾਰ ਸ਼ੁਰੂ ਕਰਦੇ ਹਾਂ ਨਾ, ਪਹਿਲਾਂ ਦੇਖਣਾ ਚਾਹੀਦਾ ਹੈ, ਹੌਸਲਾ ਰੱਖਣਾ ਚਾਹੀਦਾ ਹੈ, ਕਦੇ ਵੀ ਕਾਹਲੇ ਨਹੀਂ ਪੈਣਾ ਚਾਹੀਦਾ, ਕਿਉਂਕਿ ਨਵੇਂ ਕੰਮਾਂ ਕਾਰਾਂ ਦੇ ਵਿੱਚ ਕਈ ਪ੍ਰਕਾਰ ਦੇ ਵਾਧੇ ਘਾਟੇ ਹੋ ਜਾਂਦੇ ਆ। ਤਾਂ ਪਹਿਲਾਂ ਆਪਣੇ ਪੈਰਾਂ ਸਿਰ ਹੋ ਜਾਣਾ ਚਾਹੀਦਾ ਹੈ, ਉਸ ਤੋਂ ਬਾਅਦ ਹੀ ਕੋਈ ਅੰਦਾਜ਼ਾ ਲਗਾਉਣਾ ਚਾਹੀਦਾ ਹੈ। ਪਰ ਕਹਿੰਦੇ ਉਹ ਮਨੁੱਖ ਕਾਲਾ ਪੈ ਗਿਆ, ਉਹਨੂੰ ਲੱਗਾ ਕਿ ਹੁਣ ਘਰ ਦੇ ਵਿੱਚ ਖੁੱਲਾ ਪੈਸਾ ਆਉਣਾ ਸ਼ੁਰੂ ਹੋ ਗਿਆ ਹੈ ਤਾਂ ਕਿਉਂ ਨਾ ਪਹਿਲਾਂ ਘਰ ਦੇ ਵਿੱਚ ਸਾਰੀਆਂ ਸੁੱਖ ਸਹੂਲਤਾਂ ਲੈ ਆਂਦੀਆਂ ਜਾਣ। ਕਹਿੰਦੇ ਉਹਨੇ ਇਦਾਂ ਹੀ ਕੀਤਾ, ਕਾਫੀ ਸਾਰਾ ਸਮਾਨ ਕਿਸ਼ਤਾਂ ਦੇ ਉੱਪਰ ਖਰੀਦ ਕੇ ਘਰ ਵਿੱਚ ਲੈ ਆਂਦਾ, ਕਿਉਂਕਿ ਜੇ ਬੰਦੇ ਨੂੰ 50-60 ਹਜ਼ਾਰ ਕਮਾਈ ਆ ਤਾਂ ਉਹਦੇ ਲਈ 20-25 ਹਜ਼ਾਰ ਦੀਆਂ ਕਿਸ਼ਤਾਂ ਲਾਉਣੀਆਂ ਕੋਈ ਔਖੀਆਂ ਨਹੀਂ ਹੁੰਦੀਆਂ। ਤੇ ਇਹੋ ਸੋਚ ਕੇ ਉਹਨੇ ਕਾਫੀ ਸਮਾਨ ਘਰ ਦੇ ਵਿੱਚ ਲੈ ਆਂਦਾ ਇਕੱਠਾ ਹੀ। ਕਹਿੰਦੇ ਪਰ ਹੋਇਆ ਕਿ ਕੰਮਕਾਰ ਨਵਾਂ ਸੀ ਤਾਂ ਪਹਿਲੇ ਮਹੀਨੇ, ਦੂਜੇ ਮਹੀਨੇ ਤਾਂ ਚੰਗੀ ਕਮਾਈ ਆਈ, ਪਰ ਜਦੋਂ ਹੀ ਤੀਜਾ ਮਹੀਨਾ ਹੋਇਆ ਤਾਂ ਕਾਰੋਬਾਰ ਦੇ ਵਿੱਚ ਕੁਝ ਘਾਟਾ ਪੈ ਗਿਆ, ਨੁਕਸਾਨ ਹੋ ਗਿਆ। ਹੁਣ ਨੁਕਸਾਨ ਹੋਇਆ ਤਾਂ ਉਹ ਨੁਕਸਾਨ ਦੀ ਭਰਪਾਈ ਦੇ ਲਈ ਵੀ ਪੈਸਾ ਚਾਹੀਦਾ ਸੀ ਅਤੇ ਉੱਤੋਂ ਜੋ ਕਿਸ਼ਤਾਂ ਦੇ ਉੱਤੇ ਸਮਾਨ ਚੁੱਕਿਆ ਸੀ ਉਧਰ ਵੀ ਪੈਸਾ ਚਾਹੀਦਾ ਸੀ, ਪਰ ਇੰਨਾ ਪੈਸਾ ਉਹਦੇ ਕੋਲ ਹੈ ਨਹੀਂ ਸੀ, ਕਿਉਂਕਿ ਉਹਨੇ ਜਮ੍ਹਾਂ ਨਹੀਂ ਸੀ ਕੀਤਾ। ਉਹਨੇ ਨਾਲ ਦੀ ਨਾਲ ਖਰਚਣਾ ਸ਼ੁਰੂ ਕਰ ਦਿੱਤਾ ਸੀ। ਤਾਂ ਇਹਦਾ ਨਤੀਜਾ ਕੀ ਨਿਕਲਿਆ ਕਿ ਹੁਣ ਬੈਂਕ ਵਾਲੇ, ਕਿਸ਼ਤਾਂ ਵਾਲੇ ਉਹਦੇ ਸਿਰ ਦੇ ਉੱਤੇ ਆਣ ਖਲੋਂਦੇ। 1 ਮਹੀਨੇ ਦੀਆਂ ਕਿਸ਼ਤਾਂ ਟੁੱਟੀਆਂ, 2 ਮਹੀਨੇ ਦੀਆਂ ਕਿਸ਼ਤਾਂ ਟੁੱਟੀਆਂ ਤਾਂ ਵਿਆਜ ਪੈ ਕੇ ਰਕਮ ਦੁੱਗਣੀ ਚੌਗਣੀ ਹੋ ਗਈ। ਇਸ ਤਰ੍ਹਾਂ ਸਿਰ ਦੇ ਉੱਤੇ ਕਰਜ਼ਾ ਹੋ ਗਿਆ ਅਤੇ ਉੱਤੋਂ ਬਦਨਾਮੀ ਦਾ ਡਰ ਕਿ ਲੋਕ ਕੀ ਕਹਿਣਗੇ, ਕਿਉਂਕਿ ਕਿੱਥੇ ਤਾਂ ਪਹਿਲਾਂ ਉਹਦੀ ਵਾਹ ਹੋ ਰਹੀ ਸੀ, ਇਹਨੇ ਕਿੰਨਾ ਸੋਹਣਾ ਕੰਮਕਾਰ ਸ਼ੁਰੂ ਕਰ ਲਿਆ ਹੈ, ਇਹ ਤਾਂ ਦਿਨਾਂ ਦੇ ਵਿੱਚ ਹੀ ਕਿੰਨੀ ਤਰੱਕੀ ਕਰ ਗਿਆ। ਪਰ ਜਦੋਂ ਇੱਕੇ ਦਮ ਹੀ ਘਾਟਾ ਪਿਆ, ਕਰਜ਼ਾ ਸਿਰ ਤੇ ਚੜ ਗਿਆ, ਬੈਂਕਾਂ ਵਾਲੇ, ਕਿਸ਼ਤਾਂ ਵਾਲੇ ਘਰ ਦੇ ਵਿੱਚ ਗੇੜੇ ਮਾਰਨ ਲੱਗੇ ਤਾਂ ਉਹ ਬੰਦੇ ਨੂੰ ਲੋਕਾਂ ਦੇ ਤਾਨੇ ਮਿਹਣੇ ਅਤੇ ਬਦਨਾਮੀ ਦਾ ਵੀ ਡਰ ਸੀ ਅਤੇ ਇਹ ਚਿੰਤਾ ਵੀ ਵੱਡ ਖਾ ਰਹੀ ਸੀ ਕਿ ਮੈਂ ਇੰਨਾ ਕਰਜ਼ਾ ਕਿੰਝ ਲਾਵਾਂਗਾ। ਅਤੇ ਘਰ ਦੇ ਵਿੱਚ ਕਲੇਸ਼ ਵੀ ਰਹਿਣ ਲੱਗਾ, ਇੱਕ ਦੂਸਰੇ ਦੇ ਉੱਤੇ ਇਲਜ਼ਾਮ ਲਾਉਣੇ ਸ਼ੁਰੂ ਕਰ ਦਿੱਤੇ ਕਿ ਤੇਰੇ ਕਹਿਣ ਤੇ ਮੈਂ ਆਹ ਚੀਜ਼ ਲਿਆਂਦੀਆਂ, ਤੇਰੇ ਕਹਿਣ ਤੇ ਆਹ ਕੰਮ ਕੀਤਾ। ਤਾਂ ਫਿਰ ਆਪ ਸੋਚੋ ਕਿ ਜਿਸ ਘਰ ਦੇ ਵਿੱਚ ਪੈਸੇ ਦੀ ਤੰਗੀ ਹੋਵੇ, ਉੱਤੋਂ ਸਿਰ ਦੇ ਉੱਤੇ ਕਰਜ਼ੇ ਦੀ ਪੰਡ ਹੋਵੇ, ਘਰ ਵਿੱਚ ਕਲੇਸ਼ ਹੋਵੇ, ਘਰ ਦਾ ਮੁਖੀ ਬਿਮਾਰ ਪੈ ਜਾਵੇ ਤਾਂ ਫਿਰ ਉਸ ਘਰ ਦੇ ਹਾਲਾਤ ਕੀ ਹੋਣਗੇ। ਬਸ ਏਦਾਂ ਹੀ ਉਸ ਮਨੁੱਖ ਦੇ ਨਾਲ ਹੋਇਆ। ਇਹ ਸਾਰੀਆਂ ਸਮੱਸਿਆਵਾਂ ਉਹਦੇ ਘਰ ਦੇ ਵਿੱਚ ਸਨ, ਪੈਸੇ ਦੀ ਤੰਗੀ ਸੀ, ਕਰਜ਼ਾ ਵੀ ਸੀ ਅਤੇ ਘਰ ਵਿੱਚ ਕਲੇਸ਼ ਵੀ। ਅਤੇ ਇਹ ਸਾਰੀਆਂ ਸਮੱਸਿਆ ਬਾਰੇ ਸੋਚ ਕੇ, ਚਿੰਤਾ ਕਰਕੇ ਉਹਦਾ ਸਰੀਰ ਵੀ ਪਹਿਲਾਂ ਵਰਗਾ ਨਾ ਰਿਹਾ। ਹਰ ਵੇਲੇ ਮੰਜੇ ਦੇ ਉੱਤੇ ਲੰਮਾ ਪਿਆ ਰਹਿੰਦਾ, ਆਪਣੇ ਕੰਮਕਾਰ ਤੇ ਨਾ ਜਾਂਦਾ, ਕਿਉਂਕਿ ਕੰਮ ਕਰਨ ਨੂੰ ਦਿਲ ਹੀ ਨਹੀਂ ਸੀ ਕਰਦਾ। ਸਰੀਰ ਹੀ ਢਿੱਲਾ ਮੱਠਾ ਰਹਿਣ ਲੱਗਾ, ਜਿੱਦਾਂ ਸਰੀਰ ਦੀ ਸਾਰੀ ਤਾਕਤ, ਐਨਰਜੀ ਹੀ ਖਤਮ ਹੋ ਗਈ ਹੋਵੇ। ਤੇ ਇਹਦਾ ਨਤੀਜਾ ਕੀ ਨਿਕਲਿਆ, ਹਾਲਾਤ ਦਿਨੋਂ ਦਿਨ ਖਰਾਬ ਹੋ ਰਹੇ ਸੀ। ਤੇ ਕਹਿੰਦੇ ਇੱਧਰ ਉਹਦੇ ਬਾਕੀ ਘਰ ਪਰਿਵਾਰ ਦੇ ਮੈਂਬਰ, ਜਿਵੇਂ ਔਰਤਾਂ, ਉਹਨਾਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਵੀ ਸਾਡੇ ਕਾਰੋਬਾਰ ਨੂੰ, ਘਰ ਨੂੰ ਤਾਂ ਕਿਸੇ ਨੇ ਨਜ਼ਰ ਲਾਤੀ ਆ। ਉਹਨਾਂ ਨੇ ਆਪਣਾ ਦੂਸਰਾ ਕੰਮ ਕਰਨਾ ਸ਼ੁਰੂ ਕਰ ਦਿੱਤਾ, ਕਈ ਤਰ੍ਹਾਂ ਦੇ ਉਪਾਅ, ਟੂਣੇ ਟੋਟਕੇ ਕਰਨੇ ਸ਼ੁਰੂ ਕਰ ਦਿੱਤੇ। ਪਰ ਕਹਿੰਦੇ ਜਦੋਂ ਸਤਿਗੁਰ ਸੱਚੇ ਪਾਤਸ਼ਾਹ ਨੇ ਕਿਸੇ ਦੀ ਬਾਂਹ ਫੜਨੀ ਹੋਵੇ ਨਾ, ਉਹ ਬਹਾਨੇ ਆਪ ਹੀ ਬਣਾ ਦਿੰਦੇ ਨੇ। ਤਾਂ ਕਹਿੰਦੇ ਇੱਕ ਦਿਨ ਉਸ ਘਰ ਦੇ ਵਿੱਚ ਇੱਕ ਸਾਧੂ ਸੰਤ ਫਕੀਰ ਜੀ ਆਏ। ਸਾਧੂ ਸੰਤ ਫਕੀਰ ਜੀ ਨੂੰ ਦੇਖ ਕੇ ਉਹ ਘਰ ਦੀ ਔਰਤ ਬੋਲੀ ਕਿ ਬਾਬਾ ਅਸੀਂ ਤੈਨੂੰ ਕੀ ਦੇਈਏ, ਅਸੀਂ ਤਾਂ ਆਪ ਬੜੇ ਦੁਖੀ
ਜਾਣਗੀਆਂ। ਤੇ ਕਹਿੰਦੇ ਉਹ ਸੰਤ ਜੀ ਨੇ ਪੁੱਛਿਆ ਵੀ ਬੀਬਾ ਤੁਹਾਨੂੰ ਕੀ ਦੁੱਖ ਆ? ਤੇ ਕਹਿੰਦੇ ਇਹਨਾਂ ਨੇ ਸਾਰਾ ਦੁੱਖ ਦੱਸਣਾ ਸ਼ੁਰੂ ਕਰ ਦਿੱਤਾ ਵੀ ਸਾਡੇ ਨਾਲ ਆਹ ਕੰਮ ਹੋਇਆ ਹੈ, ਸਾਡਾ ਤਾਂ ਕਿਸੇ ਨੇ ਕੰਮ ਹੀ ਬੰਨ ਦਿੱਤਾ ਹੈ, ਸਾਡੇ ਕੰਮ ਨੂੰ ਕਿਸੇ ਨੇ ਨਜ਼ਰ ਲਗਾ ਦਿੱਤੀ ਆ, ਇਸ ਕਰਕੇ ਸਾਡੇ ਤਾਂ ਘਰ ਦੇ ਵਿੱਚ ਪੈਸੇ ਦੀ ਬਹੁਤ ਤੰਗੀ ਆ ਅਤੇ ਕਰਜ਼ਾ ਵੀ ਸਿਰ ਤੇ ਚੜ ਗਿਆ ਹੈ, ਅਤੇ ਜਿਹੜਾ ਮੇਰਾ ਪਤੀ ਆ ਉਹ ਵੀ ਹੁਣ ਬਿਮਾਰ ਰਹਿੰਦਾ ਹੈ, ਉਹਦਾ ਕੰਮਕਾਰ ਕਰਨ ਨੂੰ ਦਿਲ ਨਹੀਂ ਕਰਦਾ, ਹਰ ਵੇਲੇ ਮੰਜੇ ਦੇ ਉੱਤੇ ਲੰਮਾ ਪਿਆ ਸੋਚਦਾ ਰਹਿੰਦਾ ਹੈ। ਤੇ ਕਹਿੰਦੇ ਸੰਤ ਜੀ ਨੇ ਕਿਹਾ ਵੀ ਇਹ ਤੁਹਾਡੀ ਮੁਸ਼ਕਲ ਦਾ ਹੱਲ ਮੈਂ ਕਰ ਸਕਦਾ ਹਾਂ। ਮੇਰੇ ਕੋਲ ਇੱਕ ਐਸਾ ਮੰਤਰ ਆ ਜਿਹਦੇ ਨਾਲ ਤੁਹਾਡੇ ਘਰ ਪਰਿਵਾਰ ਦੇ ਸਾਰੇ ਹੀ ਦੁੱਖ ਸਮੱਸਿਆਵਾਂ ਹੱਲ ਹੋ ਜਾਣਗੀਆਂ, ਤੁਹਾਡਾ ਕਰਜ਼ਾ ਵੀ ਲੈ ਜਾਵੇਗਾ, ਕੰਮਕਾਰ ਵੀ ਵਧੀਆ ਚੱਲੇਗਾ ਅਤੇ ਸਰੀਰ ਵੀ ਤੰਦਰੁਸਤ ਹੋ ਜਾਵੇਗਾ, ਪਰ ਤੁਹਾਨੂੰ ਮੇਰੇ ਕਹੇ ਅਨੁਸਾਰ ਕਰਨਾ ਪੈਣਾ ਹੈ। ਤੇ ਕਹਿੰਦੇ ਉਹ ਬੀਬੀ ਕਹਿਣ ਲੱਗੀ ਵੀ ਸੰਤ ਜੀ ਤੁਸੀਂ ਸਾਨੂੰ ਉਸ ਮੁਸ਼ਕਲ ਦਾ ਹੱਲ ਦੱਸੋ, ਅਸੀਂ ਸਭ ਕੁਝ ਕਰਾਂਗੇ। ਤੇ ਸੰਤ ਜੀ ਕਹਿਣ ਲੱਗੇ ਕਿ ਨਹੀਂ ਬੀਬਾ, ਤੇਰੇ ਕਹਿਣ ਦੇ ਨਾਲ ਸਭ ਕੁਝ ਨਹੀਂ ਹੋਣਾ, ਤੂੰ ਆਪਣੇ ਸਾਰੇ ਪਰਿਵਾਰ ਦੇ ਜੀਆਂ ਨੂੰ ਇੱਥੇ ਬੁਲਾ, ਉਹਨਾਂ ਨੂੰ ਪੁੱਛ ਕਿ ਜੋ ਮੈਂ ਦੱਸਣ ਲੱਗਾ ਹਾਂ ਉਹ ਕਰ ਸਕਦੇ ਨੇ, ਕਿਉਂਕਿ ਪੂਰੇ ਪਰਿਵਾਰ ਨੂੰ ਇਹ ਉਪਾਅ ਕਰਨਾ ਪੈਣਾ ਹੈ। ਤਾਂ ਕਹਿੰਦੇ ਉਹ ਬੀਬੀ ਨੇ ਆਪਣੇ ਪੂਰੇ ਪਰਿਵਾਰ ਨੂੰ ਆਵਾਜ਼ ਮਾਰੀ, ਆਪਣੇ ਪਤੀ ਨੂੰ, ਆਪਣੇ ਬੱਚਿਆਂ ਨੂੰ, ਆਪਣੇ ਮਾਂ-ਬਾਪ ਨੂੰ। ਤਾਂ ਕਹਿੰਦੇ ਸਾਰੇ ਸੰਤ ਜੀ ਦੇ ਕੋਲ ਆਣ ਕੇ ਬੈਠ ਗਏ। ਸੰਤ ਜੀ ਨੇ ਕਿਹਾ ਵੀ ਤੁਹਾਡੇ ਘਰ ਦੀ ਸਮੱਸਿਆ ਹੈ ਅਤੇ ਤੁਹਾਨੂੰ ਹੀ ਦੂਰ ਕਰਨੀ ਪੈਣੀ ਹੈ। ਤੁਹਾਨੂੰ ਮੈਂ ਇੱਕ ਮੰਤਰ ਦੱਸ ਦਿੰਦਾ ਹਾਂ, ਇੱਕ ਜੁਗਤੀ ਦੱਸ ਦਿੰਦਾ ਹਾਂ, ਪਰ ਕਰਨੀ ਤੁਹਾਨੂੰ ਪੈਣੀ ਹੈ। ਤੇ ਕਹਿੰਦੇ ਘਰ ਦੇ ਜੀ ਕਹਿਣ ਲੱਗੇ ਵੀ ਠੀਕ ਹੈ ਸੰਤ ਜੀ, ਜਿਵੇਂ ਤੁਸੀਂ ਕਹੋਗੇ ਅਸੀਂ ਉਵੇਂ ਹੀ ਕਰ ਲਵਾਂਗੇ। ਸੰਤ ਜੀ ਨੇ ਕਿਹਾ ਵੀ ਇਹਦੇ ਲਈ ਤੁਹਾਨੂੰ ਸਵੇਰੇ ਸਵੇਰੇ ਉੱਠਣਾ ਪੈਣਾ ਹੈ ਅਤੇ ਉੱਠ ਕੇ ਆਪਣੀ ਪਿੰਡ ਦੀ ਜੂਹ ਤੋਂ ਬਾਹਰ ਜਾਣਾ ਪੈਣਾ ਹੈ, ਭਾਵ ਕਿ ਆਪਣੇ ਪਿੰਡ ਤੋਂ ਬਾਹਰ ਉੱਥੇ ਜਾ ਕੇ ਇੱਕ ਤੁਹਾਨੂੰ ਮੰਤਰ ਦਵਾਂਗਾ, ਇਹ ਮੰਤਰ ਤੁਸੀਂ ਉੱਥੇ ਜਾ ਕੇ ਬੋਲ ਕੇ ਆਉਣਾ ਹੈ। ਤਾਂ ਦੇਖਣਾ ਤੁਹਾਡੇ ਘਰ ਪਰਿਵਾਰ ਦੀਆਂ ਸਾਰੀਆਂ ਸਮੱਸਿਆਵਾਂ ਚੁਟਕੀਆਂ ਦੇ ਵਿੱਚ ਦੂਰ ਹੋਣੀਆਂ ਸ਼ੁਰੂ ਹੋ ਜਾਣਗੀਆਂ। ਪਹਿਲੇ ਦਿਨ ਤੋਂ ਹੀ ਤੁਹਾਡੇ ਕੰਮ ਬਣਨੇ ਸ਼ੁਰੂ ਹੋ ਜਾਣਗੇ, ਤੁਹਾਡੇ ਘਰ ਦੀ ਜਿਹੜੀ ਬਿਮਾਰੀ ਆ, ਕਲੇਸ਼ ਆ, ਸਭ ਕੁਝ ਮੁੱਕ ਜਾਵੇਗਾ ਅਤੇ ਕੰਮਕਾਰ ਵੀ ਵਧੀਆ ਚੱਲੇਗਾ। ਕਹਿੰਦੇ ਜਦੋਂ ਘਰ ਪਰਿਵਾਰ ਦੇ ਮੈਂਬਰਾਂ ਨੇ ਸੰਤ ਜੀ ਦੇ ਮੂੰਹੋਂ ਇਹ ਗੱਲ ਸੁਣੀ ਤਾਂ ਪਰਿਵਾਰ ਨੇ ਸੋਚਿਆ ਕਿ ਜੇ ਸੰਤ ਜੀ ਇੰਨੇ ਵਿਸ਼ਵਾਸ ਦੇ ਨਾਲ ਕਹਿ ਰਹੇ ਆ ਤੇ ਚਲੋ ਜਿੱਥੇ ਇੰਨਾ ਕੁਝ ਕਰਕੇ ਦੇਖ ਲਿਆ, ਇਹ ਕਿੰਨਾ ਕੁ ਵੱਡਾ ਕੰਮ ਆ, ਇਹਦੇ ਵਿੱਚ ਕਿਹੜਾ ਕੋਈ ਪੈਸਾ ਲੱਗਣਾ ਹੈ। ਸਵੇਰੇ ਸਵੇਰੇ ਉੱਠ ਕੇ ਪਿੰਡ ਤੋਂ ਬਾਹਰ ਚਲ ਜਾਇਆ ਕਰਾਂਗੇ, ਉੱਥੇ ਜਾ ਕੇ ਮੰਤਰ ਬੋਲ ਕੇ ਘਰੇ ਆ ਜਾਇਆ ਕਰਾਂਗੇ। ਤਾਂ ਕਹਿੰਦੇ ਉਹਨਾਂ ਨੇ ਕਿਹਾ ਠੀਕ ਆ। ਸੰਤ ਜੀ ਜਾਣ ਲੱਗਿਆ ਫਿਰ ਸਮਝਾ ਗਏ ਕਿ ਇੱਕ ਦਿਨ ਦਾ ਵੀ ਨਾਗਾ ਨਹੀਂ ਪੈਣਾ ਚਾਹੀਦਾ ਅਤੇ ਤਾਰਿਆਂ ਦੀ ਛਾਵੇਂ ਛਾਵੇਂ ਇਹ ਕੰਮ ਕਰਕੇ ਆਪਣੇ ਘਰ ਨੂੰ ਵਾਪਸ ਆ ਜਾਣਾ ਹੈ। ਉਹ ਕਹਿਣ ਲੱਗੇ ਵੀ ਠੀਕ ਆ। ਤਾਂ ਕਹਿੰਦੇ ਅਗਲਾ ਦਿਨ ਹੋਇਆ, ਪੂਰਾ ਪਰਿਵਾਰ ਬੜੇ ਹੀ ਚਾਅ ਦੇ ਨਾਲ ਉੱਠਿਆ ਵੀ ਚਲੋ ਸੰਤ ਜੀ ਦਾ ਦੱਸਿਆ ਹੋਇਆ ਮੰਤਰ ਆਪਣੇ ਪਿੰਡ ਦੇ ਬਾਹਰ ਜਾ ਕੇ ਬੋਲ ਕੇ ਆਉਣੇ ਆ, ਇਹਦੇ ਨਾਲ ਸਾਡੇ ਦੁੱਖ ਦੂਰ ਹੋਣਗੇ। ਕਹਿੰਦੇ ਪੂਰਾ ਪਰਿਵਾਰ ਬੜੇ ਚਾਅ ਦੇ ਨਾਲ ਗਿਆ, ਪਰ ਕਹਿੰਦੇ ਜਦੋਂ ਅਗਲਾ ਦਿਨ ਹੋਇਆ ਤਾਂ ਕਿਸੇ ਦਾ ਵੀ ਉੱਠਣ ਨੂੰ ਦਿਲ ਨਾ ਕਰੇ, ਪਰ ਕਹਿੰਦੇ ਘਰ ਦੀ ਬੀਬੀ ਨੇ ਹਿੰਮਤ ਦਿਖਾਈ ਅਤੇ ਘਰ ਦੇ ਜੀਆਂ ਨੂੰ ਉਠਾਇਆ, ਕਿਹਾ ਕਿ ਆਪਣੇ ਕੋਲ ਹੁਣ ਇਹੋ ਆਖਰੀ ਰਸਤਾ ਹੈ, ਜੇ ਆਪਾਂ ਆਪਣੇ ਦੁੱਖਾਂ ਤੋਂ ਛੁਟਕਾਰਾ ਪਾਉਣਾ ਹੈ ਤਾਂ ਸੰਤ ਜੀ ਦੇ ਕਹੇ ਅਨੁਸਾਰ ਸਾਨੂੰ 40 ਦਿਨ ਪੂਰੇ ਕਰਨੇ ਪੈਣੇ ਆ, ਇਸ ਲਈ ਹਿੰਮਤ ਨਾ ਹਾਰੋ। ਕਹਿੰਦੇ ਘਰ ਦੀ ਬੀਬੀ ਨੇ ਸਾਰਿਆਂ ਨੂੰ ਜ਼ੋਰ ਜ਼ਬਰਦਸਤੀ ਕਰਕੇ ਉਠਾ ਲਿਆ ਅਤੇ ਲੈ ਗਈ। ਅਗਲਾ ਦਿਨ ਹੋਇਆ, ਅਗਲੇ ਦਿਨ ਵੀ ਇਸੇ ਤਰ੍ਹਾਂ ਕਿਸੇ ਦਾ ਉੱਠਣ ਨੂੰ ਦਿਲ ਨਾ ਕਰੇ। ਕੁੱਲ ਮਿਲਾ ਕੇ ਉਹਨਾਂ ਨੇ 5 ਦਿਨ ਆਪਣੇ ਮਨ ਨੂੰ ਸਮਝਾ ਕੇ, ਆਪਣੇ ਮਨ ਦੇ ਨਾਲ ਜ਼ੋਰ ਜ਼ਬਰਦਸਤੀ ਕਰਕੇ ਆਪਣੇ ਆਪ ਨੂੰ ਉਠਾਇਆ। ਪਰ ਕਹਿੰਦੇ ਜਿਉਂ ਹੀ 6ਵਾਂ 7ਵਾਂ ਦਿਨ ਹੋਇਆ ਤਾਂ ਫਿਰ ਉਹਨਾਂ ਨੂੰ ਕੁਝ ਵੀ ਔਖਾ ਨਾ ਲੱਗਣਾ। ਉਹਨਾਂ ਨੇ ਬੜੇ ਚਾਅ ਦੇ ਨਾਲ ਸਾਰੇ ਪਰਿਵਾਰ ਨੇ ਰਲ ਕੇ ਪਿੰਡ ਦੇ ਬਾਹਰ ਜਾਣਾ, ਉੱਥੇ ਪਿੰਡ ਤੋਂ ਦੂਰ ਜਾ ਕੇ ਉਹ ਮੰਤਰ ਬੋਲਣਾ ਅਤੇ ਘਰ ਨੂੰ ਵਾਪਸ ਆਉਣਾ। ਕਹਿੰਦੇ ਉਹ ਆਪਣੇ ਆਪ 'ਚ ਮਹਿਸੂਸ ਕਰਨ ਲੱਗੇ ਕਿ ਪਹਿਲਾਂ ਜਦੋਂ ਜਾਂਦੇ ਸਾਂ ਉਦੋਂ ਥਕਾਵਟ ਮਹਿਸੂਸ ਹੁੰਦੀ ਸੀ, ਪਰ ਹੁਣ ਜਦੋਂ ਉਹ ਪਿੰਡ ਤੋਂ ਬਾਹਰ ਜਾਂਦੇ ਨੇ ਅਤੇ ਜਦੋਂ ਵਾਪਸ ਆਉਂਦੇ ਨੇ ਤਾਂ ਉਹਨਾਂ ਦੇ ਵਿੱਚ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਊਰਜਾ, ਐਨਰਜੀ, ਤਾਕਤ ਹੁੰਦੀ ਸੀ, ਚੁਸਤੀ ਫੁਰਤੀ ਆਉਣ ਲੱਗੀ। ਕਹਿੰਦੇ ਹੁਣ ਬਸ ਦਿਨ ਬਦਲਣੇ ਸ਼ੁਰੂ ਹੋ ਗਏ, ਅੱਜ ਹੋਰ ਕੱਲ ਹੋਰ। ਘਰ ਦੇ ਸਾਰੇ ਹੀ ਜੀਆਂ ਦਾ ਸਰੀਰ ਚੁਸਤੀ ਫੁਰਤੀ ਦੇ ਵਿੱਚ ਰਹਿਣ ਲੱਗਾ, ਘਰ ਦੇ ਜੀਆਂ ਦਾ ਮਨ ਵੀ ਖੁਸ਼ ਰਹਿਣ ਲੱਗਾ। ਜਿਨ੍ਹਾਂ ਦੇ ਘਰ ਦੀਆਂ ਡਿਊਟੀਆਂ ਸੀ ਉਹ ਆਪਣੇ ਘਰ ਦੇ ਕੰਮਕਾਰ ਸਹੀ ਸਮੇਂ ਤੇ ਕਰਨੇ ਸ਼ੁਰੂ ਕਰ ਦਿੱਤੇ ਅਤੇ ਘਰ ਦਾ ਮੁਖੀਆ ਜੋ ਹਰ ਵੇਲੇ ਸੋਚਦਾ ਰਹਿੰਦਾ ਸੀ, ਮੰਜੇ ਤੇ ਲੰਮਾ ਪਿਆ ਰਹਿੰਦਾ ਸੀ, ਉਹਨੇ ਵੀ ਆਪਣੇ ਕੰਮ ਦੇ ਉੱਤੇ ਜਾਣਾ ਸ਼ੁਰੂ ਕਰ ਦਿੱਤਾ, ਆਪਣੇ ਕਾਰੋਬਾਰ ਨੂੰ ਸੰਭਾਲਣਾ ਸ਼ੁਰੂ ਕਰ ਦਿੱਤਾ। ਕਹਿੰਦੇ ਬਸ ਜਦੋਂ ਹੀ ਉਹਨੇ ਕਾਰੋਬਾਰ ਨੂੰ ਸੰਭਾਲਣਾ ਸ਼ੁਰੂ ਕੀਤਾ, ਫਿਰ ਤੋਂ ਕੋਸ਼ਿਸ਼ ਕੀਤੀ ਤਾਂ ਕਾਰੋਬਾਰ ਦੇ ਵਿੱਚ ਵੀ ਅੱਜ ਹੋਰ ਕੱਲ ਹੋਰ ਕਾਰੋਬਾਰ ਵੀ ਪਹਿਲਾਂ ਦੀ ਤਰ੍ਹਾਂ ਚੱਲਣਾ ਸ਼ੁਰੂ ਹੋ ਗਿਆ। ਕਹਿੰਦੇ ਹੁਣ ਪੂਰਾ ਪਰਿਵਾਰ ਬੜਾ ਖੁਸ਼ ਆ ਅਤੇ ਮਨ ਹੀ ਮਨ ਦੇ ਵਿੱਚ ਸੰਤ ਜੀ ਦਾ ਧੰਨਵਾਦ ਕਰਦੇ ਨੇ
कि ये संत जी फरिश्ता बन के साडे घर दे विच आए अते साडी जिंदगी नूं बदल गए। ये संत जी सानूं मिल जाण ते असीं इन्हां दा धन्नवाद करिए। कहंदे 40 दिनां बाद संत जी उन्हां दे घर दे विच फिर तो आए। कहंदे संत जी ने घर दे जियां दे चेहरिਆਂ तो ही पता लगा लिया कि हुण इन्हां दे हालात बदल चुके ने। सारे बड़े खुश तंदुरुस्त लग रहे सी। कहंदे सारे संत जी दे कोल आए, आके धन्नवाद कीता कि संत जी तुहाडा बहुत बहुत धन्नवाद कि तुसीं साडे कोल आए, सानूं सही राह दिखाया। तुहाडे करके साडी जिंदगी बदल गई। तुहाडे करके साडे घर दे विच पहिलां वांग खुशियां खेड़े आउणे शुरू हो गए। तुहाडे करके साडा कामकार कारोबार भी पहिलां वांग चलना शुरू हो गया है अते हुण सानूं लगदा है कि असीं हौली हौली अपना सारा करजा उतार पावांगे। इस करके असीं तुहाडा धन्नवाद करना चाहुंदे हां कि तुसीं सानूं इह उपाਅ दित्ता, इह मंत्र दित्ता जिस करके साडी जिंदगी दे विच सब कुछ चंगा चंगा होना शुरू हो गया। तो कहते संत जी मुस्कुराए अते मुस्कुरा के कहन लगे कि बच्चों ये मेरे करके नहीं होया, ये तुहाडे करके होया है। तुसी उद्यम कीता, मेहनत कीती आ अते तुहाडे नाल चंगा चंगा होना शुरू हो गया। तुसी अपने मन दे उत्ते जित प्राप्त कीती आ, तुसी अपने मन नूं मजबूत बनाया है तां करके तुहाडे नाल चंगा होना शुरू होया है। ये कह के संत जी ने सारी गल समझाउणी शुरू कीती। संत जी ने दस्सिया कि ये सारी खेड साडे मन दी आ। जदों असीं अपने मन नूं निराशा दे नाल, चिंतावां दे नाल, बोझ दे नाल भर लैंदे आ तां साडा मन कमज़ोर हो जांदा है अते मन ढेरी ढा के बैठ जांदा है। पर जदों ही असीं इस मन नूं पॉजिटिव विचारां दे नाल भरदे आ तां साडा मन मजबूत हुंदा है। अते जिहड़ा मंत्र तुहानूं मैं दस्सिया सी ना, ये मंत्र नहीं, ये पॉजिटिव विचार ने, ये मन दी खुराक ने। जेकर आपां मन नूं रोज़ ये गल्लां समझाउंदे रहिंदे आ तां साडा मन इसे तरीके दे नाल काम करना शुरू कर दिंदा है। मैं तुहानूं इहो किहा सी ना कि रोज़ सवेरे उठ के अपने आप नूं कहना है कि मैं दुनिया दा सब तो खुश बंदा हाँ, मैं दुनिया दा सब तो ताकतवर इंसान हाँ, मैं दुनिया दा सब तो शांत इंसान हाँ, मैं सब कुछ कर सकदा हाँ, मेरा परिवार मेरे नाल आ, मैं बहुत धनवान आ। ये जिहड़े चंगियां चंगियां गल्लां तुहानूं मैं सवेरे सवेरे बोलण नूं कहियां सी, इसे करके कहियां सी तां जो सवेरे उठदियां सार तुसीं अपने मन नूं पॉजिटिव विचारां दे नाल भर सको अते तुहाडा मन ये चंगियां गल्लां दे अनुसार काम करना शुरू कर देवे। क्योंकि तुसीं सोच सोच के इनू नैगेटिव विचारां दे नाल भर लिया सी, तुहाडे मन दे उत्ते बोझ चिंतावां ने घेरा पा लिया सी। इसे करके तुहाडा मन दिनों दिन कमज़ोर हो रहा सी ते तुहाडे मन ने तुहाडे तन दे उत्ते भी प्रभाव पा लिया। संत जी ने समझाया कि साडा तन साडे मन दे अनुसार काम करदा है। जे साडा मन तंदुरुस्त या नरोआ है तां ही साडा तन काम करदा है। जे मन चिंताग्रस्त या साडे मन नूं कोई भी बोझ चिंता परेशानी सता रही है ना तां साडा शरीर भी साथ नहीं दिंदा। इसे करके कई मनुक्खां नूं जदों आपां कहने कि गल अज काम नहीं कर रहा तो अग्गों जवाब इहो सुनने नूं मिलदा ना कि अज काम करन नूं मेरा मन नहीं कर रहा। तो कदे सोचिया कि आपां ये गल क्यों कहने आ? क्योंकि काम तां साडे हत्थां ने करना है, साडे शरीर ने करना है, पर आपां कह दिंदे आ कि साडा मन नहीं करदा इस करके मैं काम नहीं कीता। ये गल तां कहने आ क्योंकि सारी खेड साडे मन दी आ। साडा मन ही साडे तो काम करवाउंदा है, साडा मन ही सानूं वेले बिठाउंदा है। जे मन तंदुरुस्त या नरोआ है इहदे करके साडा शरीर चुस्ती फुर्ती दे विच रहिंदा है। पर जे मन नूं कोई बोझ या चिंता है तो साडा शरीर भी अपने आप को कमज़ोर महसूस करता है, सुस्त महसूस करता है, बीमार महसूस करता है। इस करके आपां अपने मन को मजबूत बनाउणा है। तो संत जी ने सारी गल दसी कि ये खेड सारी मन दी आ। ये जो मंत्र के रूप दे विच तुहानूं गल्लां दसीआं ने ये पॉजिटिव विचार ने। जेकर आपां सवेरे सवेरे उठ के ये गल्लां अपने मन नूं समझाउने आ तां मन साडे मुताबक काम करना शुरू कर दिंदा है। अते संत जी ने दस्सिया कि ये गल्लां तुहानूं जेकर मैं सीधे रूप दे विच दसदा कि तुसीं अपने घर दे विच सवेरे सवेरे उठ के अपने आप नूं ये सारियां गल्लां कहो तो तुसीं कहना सी कि ये संत तां पागल आ कि इंज कहण दे नाल भी कदी सब कुछ सही होवेगा। खुश कहण दे नाल बंदा खुश थोड़ी हो जाएगा। अपने आप नूं ताकतवर कहण दे नाल बंदे दे विच ताकत थोड़ी आ जाएगी। तुसीं मैनूं पागल समझना सी अते मेरी गल दा असर नहीं सी करना। अते दूसरा काम ये होना सी
ਕਿ ਹੋ ਸਕਦਾ ਤੁਸੀਂ ਆਪਣੇ ਘਰ ਦੇ ਵਿੱਚ ਇਹ ਗੱਲਾਂ ਬੋਲਣੀਆਂ ਸ਼ੁਰੂ ਕਰ ਦਿੰਦੇ, ਪਰ ਆਪਣੇ ਘਰ ਤੋਂ ਬਾਰ-ਬਾਰ ਜਾ ਕੇ ਬੋਲਣ ਦੇ ਲਈ ਇਸ ਲਈ ਕਿਹਾ ਤਾਂ ਜੋ ਸਵੇਰੇ ਸਵੇਰੇ ਤੁਹਾਡੀ ਸੈਰ ਹੋ ਸਕੇ। ਕਿਉਂਕਿ ਮਨ ਨੇ ਤੁਹਾਡੇ ਸਰੀਰ ਨੂੰ ਕਮਜ਼ੋਰ ਕਰ ਦਿੱਤਾ, ਆਲਸੀ ਕਰ ਦਿੱਤਾ, ਤਾਂ ਤੁਹਾਡੇ ਸਰੀਰ ਨੂੰ ਤੰਦਰੁਸਤੀ ਚੁਸਤੀ ਫੁਰਤੀ ਦੇ ਲਈ ਸਵੇਰ ਦੀ ਸੈਰ ਜ਼ਰੂਰੀ ਸੀ। ਇਸ ਕਰਕੇ ਤੁਹਾਨੂੰ ਪਿੰਡ ਦੇ ਬਾਰ-ਬਾਰ ਜਾ ਕੇ ਇਹ ਗੱਲਾਂ ਕਰਨ ਨੂੰ ਕਹੀਆਂ ਤਾਂ ਜੋ ਤੁਸੀਂ ਸਵੇਰੇ ਸਵੇਰੇ ਅੰਮ੍ਰਿਤ ਵੇਲੇ ਹੋ ਕੇ ਸਵੇਰੇ ਸਵੇਰੇ ਉੱਠ ਕੇ ਜਦੋਂ ਤੁਰ ਕੇ ਪਿੰਡ ਦੇ ਬਾਰ-ਬਾਰ ਜਾਓਗੇ, ਉੱਥੇ ਜਾ ਕੇ ਇਸ ਸਾਫ਼ ਸ਼ੁੱਧ ਵਾਤਾਵਰਨ ਦੇ ਵਿੱਚ ਸਰੀਰ ਨੂੰ ਚੁਸਤੀ ਫੁਰਤੀ ਐਨਰਜੀ ਮਿਲੇਗੀ ਅਤੇ ਇਹ ਜਿਹੜੀਆਂ ਗੱਲਾਂ ਨੇ ਇਹ ਤੁਸੀਂ ਖੁੱਲ੍ਹ ਕੇ ਉੱਥੇ ਕਹਿ ਸਕਦੇ ਆ। ਤਾਂ ਇਸੇ ਤਰ੍ਹਾਂ ਹੀ ਹੋਇਆ, ਤੁਸੀਂ ਜਦੋਂ ਸਵੇਰੇ ਸਾਰਾ ਪਰਿਵਾਰ ਰਲ ਕੇ ਤੁਰਦੇ ਹੋਏ ਪਿੰਡ ਤੋਂ ਬਾਰ-ਬਾਰ ਜਾਂਦੇ ਸੀ, ਉੱਥੇ ਜਾ ਕੇ ਖੁੱਲ੍ਹ ਕੇ ਇਹ ਗੱਲਾਂ ਕਹਿੰਦੇ ਸੀ ਕਿ ਮੈਂ ਬਹੁਤ ਖੁਸ਼ ਆ, ਮੈਂ ਤੰਦਰੁਸਤ ਆ, ਮੈਂ ਧਨਵਾਨ ਆ, ਮੈਂ ਤਾਕਤਵਰ ਆ, ਮੇਰਾ ਪਰਿਵਾਰ ਮੇਰੇ ਨਾਲ ਆ। ਤਾਂ ਇੱਕ ਤਾਂ ਇਹ ਗੱਲਾਂ ਦਾ ਤੁਹਾਡੇ ਮਨ ਦੇ ਉੱਤੇ ਬੜਾ ਚੰਗਾ ਪ੍ਰਭਾਵ ਪੈਂਦਾ ਸੀ ਅਤੇ ਦੂਸਰਾ ਤੁਸੀਂ ਇਹ ਗੱਲਾਂ ਕਰਕੇ ਖੁਸ਼ ਵੀ ਹੋ ਜਾਂਦੇ ਸੀ, ਤਾਂ ਖੁਸ਼ੀ-ਖੁਸ਼ੀ ਘਰ ਨੂੰ ਵਾਪਸ ਆਉਂਦੇ ਸੀ ਅਤੇ ਇਹ ਸਾਰੀਆਂ ਕਹੀਆਂ ਹੋਈਆਂ ਗੱਲਾਂ ਦਾ ਤੁਹਾਡੇ ਤਨ ਮਨ ਦੇ ਉੱਤੇ ਚੰਗਾ ਪ੍ਰਭਾਵ ਪੈਣਾ ਸ਼ੁਰੂ ਹੋਇਆ। ਜਦੋਂ ਤੁਹਾਡਾ ਤਨ ਅਤੇ ਮਨ ਦੋਵੇਂ ਤੰਦਰੁਸਤ ਹੋਏ ਤਾਂ ਕੰਮਾਂ-ਕਾਰਾਂ ਨੂੰ ਆਪੇ ਮਨ ਕਰਨਾ ਸੀ, ਤੁਸੀਂ ਕੰਮਕਾਰ ਵੀ ਸਹੀ ਕਰਨੇ ਸ਼ੁਰੂ ਕਰ ਦਿੱਤੇ। ਅਤੇ ਕਿਸੇ ਵੀ ਕੰਮ ਦੇ ਵਿੱਚ ਜਦੋਂ ਆਪਾਂ ਪੂਰਾ ਮਨ ਲਾ ਕੇ ਕੰਮ ਕਰਦੇ ਆ ਨਾ, ਮਨ ਲਾ ਕੇ ਮਿਹਨਤ ਕਰਦੇ ਆ, ਚਾਅ ਦੇ ਨਾਲ ਉਤਸ਼ਾਹ ਦੇ ਨਾਲ ਮਿਹਨਤ ਕਰਦੇ ਆ, ਤਾਂ ਉਹਨਾਂ ਕੰਮਾਂ ਕਾਰਾਂ ਦੇ ਵਿੱਚ ਸਾਨੂੰ ਸਫਲਤਾ ਜ਼ਰੂਰ ਮਿਲ ਜਾਂਦੀ ਆ। ਇਸ ਕਰਕੇ ਇਹ ਤੁਹਾਡੀ ਜ਼ਿੰਦਗੀ ਦੇ ਵਿੱਚ ਬਦਲਾਵ ਆਇਆ ਹੈ ਪੋਜ਼ਿਟਿਵ ਵਿਚਾਰਾਂ ਕਰਕੇ, ਜਿਹੜੇ ਸਵੇਰੇ ਸਵੇਰੇ ਤੁਸੀਂ ਆਪਣੇ ਮਨ ਅੰਦਰ ਭਰਦੇ ਸੀ ਅਤੇ ਤੁਹਾਡੇ ਸਵੇਰ ਦੀ ਸੈਰ ਕਰਕੇ ਤੁਹਾਡੇ ਸਰੀਰ ਨੂੰ ਚੁਸਤੀ ਫੁਰਤੀ ਮਿਲੀ ਅਤੇ ਜਦੋਂ ਤੁਹਾਡਾ ਤਨ ਅਤੇ ਮਨ ਦੋਵੇਂ ਤੰਦਰੁਸਤ ਨਰੋਏ ਹੋ ਗਏ ਤਾਂ ਤੁਸੀਂ ਆਪਣੇ ਕੰਮਕਾਰ ਸਹੀ ਤਰੀਕੇ ਦੇ ਨਾਲ ਕਰਨੇ ਸ਼ੁਰੂ ਕਰ ਦਿੱਤੇ। ਇਸ ਕਰਕੇ ਤੁਹਾਡੇ ਨਾਲ ਸਭ ਕੁਝ ਵਧੀਆ ਹੋਣਾ ਸ਼ੁਰੂ ਹੋ ਗਿਆ ਹੈ। ਇਸ ਲਈ ਵਧਾਈ ਦੇ ਹੱਕਦਾਰ ਤੁਸੀਂ ਹੋ। ਅਤੇ ਨਾਲ ਹੀ ਸੰਤ ਜੀ ਨੇ ਸਮਝਾਇਆ ਕਿ ਪੁੱਤਰ ਜ਼ਿੰਦਗੀ ਦੇ ਵਿੱਚ ਇਹ ਗਲਤੀ ਦੁਬਾਰਾ ਨਾ ਕਰਿਓ ਜੇ, ਕਿਉਂਕਿ ਜਦੋਂ ਹੀ ਆਪਾਂ ਕੋਈ ਵੀ ਨਵਾਂ ਕੰਮਕਾਰ ਸ਼ੁਰੂ ਕਰਦੇ ਆ ਨਾ ਤਾਂ ਉਸ ਕੰਮ ਦੇ ਵਿੱਚ ਸਾਨੂੰ ਆਪਣਾ ਚਾਅ ਉਤਸ਼ਾਹ ਅਤੇ ਮਿਹਨਤ ਕਰਨੀ ਪੈਂਦੀ ਆ, ਤਾਂ ਆਪਾਂ ਆਪਣੇ ਕੰਮਾਂ ਕਾਰਾਂ ਦੇ ਵਿੱਚ ਕਾਮਯਾਬ ਹੁੰਦੇ ਆ। ਪਰ ਤੂੰ ਤਾਂ ਕੰਮਕਾਰ ਸ਼ੁਰੂ ਕਰਦਿਆਂ ਸਾਰ ਹੀ ਆਪਣੇ ਮਨ ਦੇ ਉੱਤੇ ਇਹ ਕਿਸ਼ਤਾਂ ਦੇ ਬੋਝ ਚਿੰਤਾਵਾਂ ਪਾ ਲਈਆਂ, ਆਪਣੇ ਮਨ ਨੂੰ ਕਈ ਭਾਗਾਂ ਦੇ ਵਿੱਚ ਵੰਡ ਲਿਆ। ਪਰ ਮਨ ਸਾਡਾ ਜਿੰਨਾ ਹੀ ਟੈਨਸ਼ਨ ਫਰੀ ਰਹਿੰਦਾ ਹੈ ਨਾ, ਉਨਾ ਹੀ ਸਾਡੇ ਲਈ ਜ਼ਿਆਦਾ ਵਧੀਆ ਕੰਮ ਕਰਦਾ ਹੈ। ਤਾਂ ਇਸ ਲਈ ਇਹ ਗਲਤੀ ਦੁਬਾਰਾ ਨਹੀਂ ਕਰਨੀ, ਆਪਣੇ ਮਨ ਨੂੰ ਚਿੰਤਾਵਾਂ ਤੋਂ ਪਰੇਸ਼ਾਨੀਆਂ ਤੋਂ ਮੁਕਤ ਰੱਖਣਾ ਹੈ। ਜਿੰਨਾ ਹੀ ਸਾਡਾ ਮਨ ਚਿੰਤਾਵਾਂ ਪਰੇਸ਼ਾਨੀਆਂ ਬੋਝ ਤੋਂ ਦੂਰ ਰਹੇਗਾ, ਉਨਾ ਹੀ ਸਾਡਾ ਮਨ ਤੰਦਰੁਸਤ ਨਰੋਆ ਅਤੇ ਮਜ਼ਬੂਤ ਬਣਦਾ ਹੈ। ਜਿੰਨਾ ਹੀ ਸਾਡਾ ਮਨ ਤੰਦਰੁਸਤ ਨਰੋਆ ਹੁੰਦਾ ਹੈ, ਉਨਾ ਹੀ ਸਾਡਾ ਤਨ ਸਾਡੇ ਲਈ ਕੰਮ ਕਰਦਾ ਹੈ। ਤਾਂ ਸਾਡੀ ਕਾਮਯਾਬੀ ਦੇ ਲਈ ਸਾਡਾ ਤਨ ਅਤੇ ਮਨ ਦੋਵੇਂ ਤੰਦਰੁਸਤ ਨਰੋਏ ਹੋਣੇ ਜ਼ਰੂਰੀ ਆ। ਅਤੇ ਤਨ ਅਤੇ ਮਨ ਤੰਦਰੁਸਤ ਨਰੋਏ ਤਾਂ ਰਹਿੰਦੇ ਆ ਜਦੋਂ ਇਹਨਾਂ ਨੂੰ ਆਪਾਂ ਬੋਝ ਚਿੰਤਾਵਾਂ ਤੋਂ ਦੂਰ ਰੱਖਦੇ ਹਾਂ। ਜਦੋਂ ਅਸੀਂ ਆਪਣੇ ਮਨ ਨੂੰ ਪੋਜ਼ਿਟਿਵ ਵਿਚਾਰਾਂ ਦੇ ਨਾਲ ਭਰ ਕੇ ਰੱਖਦੇ ਹਾਂ ਤਾਂ ਬਸ ਸਵੇਰੇ ਸਵੇਰੇ ਉੱਠ ਕੇ ਆਪਣੇ ਮਨ ਨੂੰ ਪੋਜ਼ਿਟਿਵ ਵਿਚਾਰਾਂ ਦੇ ਨਾਲ ਭਰਨਾ ਹੈ। ਤਾਂ ਬਸ ਆਪਾਂ ਵੀ ਅੱਜ ਤੋਂ ਇਹੋ ਕੰਮ ਕਰਨਾ ਹੈ। ਸਵੇਰੇ ਉੱਠ ਕੇ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਦਾ ਸ਼ੁਕਰਾਨਾ, ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਨ ਤੋਂ ਬਾਅਦ ਇਸ਼ਨਾਨ ਕਰਕੇ ਗੁਰਬਾਣੀ ਦਾ ਗਿਆਨ ਆਪਣੇ ਅੰਦਰ ਭਰਨਾ ਹੈ, ਗੁਰਬਾਣੀ ਦਾ ਪਾਠ ਕਰਨਾ ਹੈ, ਗੁਰਬਾਣੀ ਦਾ ਗਿਆਨ ਹਾਸਲ ਕਰਨਾ ਹੈ ਅਤੇ ਉਸ ਤੋਂ ਬਾਅਦ ਆਪਣੇ ਆਪ ਨੂੰ ਪੋਜ਼ਿਟਿਵ ਵਿਚਾਰਾਂ ਦੇ ਨਾਲ ਭਰਨਾ ਹੈ ਕਿ ਮੈਂ ਬਹੁਤ ਖੁਸ਼ ਹਾਂ, ਮੈਂ ਤਾਕਤਵਰ ਹਾਂ, ਸਭ ਕੁਝ ਕਰ ਸਕਦਾ ਹਾਂ ਅਤੇ ਸੱਚਮੁੱਚ ਇਨਸਾਨ ਜੋ ਚਾਹੇ ਉਹ ਕਰ ਸਕਦਾ ਹੈ। ਕਿਉਂਕਿ ਵਾਹਿਗੁਰੂ ਜੀ ਨੇ ਸਾਨੂੰ ਬਹੁਤ ਤਾਕਤਾਂ ਬਹੁਤ ਸ਼ਕਤੀਆਂ ਦਿੱਤੀਆਂ ਨੇ, ਪਰ ਅਸੀਂ ਇਹਨਾਂ ਤਾਕਤਾਂ ਸ਼ਕਤੀਆਂ ਤੋਂ ਅਣਜਾਣ ਤੁਰੇ ਫਿਰਦੇ ਹਾਂ ਕਿਉਂਕਿ ਸਾਡੀ ਜ਼ਿੰਦਗੀ ਦੀਆਂ ਬੋਝ ਚਿੰਤਾਵਾਂ ਨੇ ਇਹਨਾਂ ਸ਼ਕਤੀਆਂ ਨੂੰ ਦਬਾ ਲਿਆ ਹੈ। ਤਾਂ ਸਭ ਕੁਝ ਸਾਡੇ ਅੰਦਰ ਆ, ਅੰਦਰੋਂ ਹੀ ਸਾਨੂੰ ਲੱਭਣਾ ਹੈ, ਪਰ ਅਸੀਂ ਬਾਹਰ ਲੱਭਦੇ ਫਿਰਦੇ ਹਾਂ। ਬਾਹਰ ਲੱਭਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਬੋਝ ਚਿੰਤਾਵਾਂ ਘਰ ਨੂੰ ਲੈ ਆਉਂਦੇ ਆ, ਪਰ ਜਦੋਂ ਆਪਣੇ ਅੰਦਰੋਂ ਸਭ ਕੁਝ ਲੱਭਣ ਦੀ ਕੋਸ਼ਿਸ਼ ਕਰਾਂਗੇ ਤਾਂ ਦੇਖਣਾ ਜ਼ਿੰਦਗੀ ਸੋਹਣੀ ਸੌਖੀ ਹੋ ਜਾਣੀ ਆ। ਤਾਂ ਫਿਰ ਆਓ ਗੁਰੂ ਦੇ ਲੜ ਲੱਗੀਏ, ਗੁਰਬਾਣੀ ਦਾ ਗਿਆਨ ਹਾਸਲ ਕਰੀਏ, ਆਪਣੇ ਮਨ ਨੂੰ ਪੋਜ਼ਿਟਿਵ ਵਿਚਾਰਾਂ ਦੇ ਨਾਲ ਭਰ ਕੇ ਰੱਖੀਏ, ਕਿਉਂਕਿ ਜਿੰਨਾ ਹੀ ਸਾਡਾ ਮਨ ਤੰਦਰੁਸਤ ਨਰੋਆ ਰਹੇਗਾ ਉਨਾ ਹੀ ਸਾਡਾ ਤਨ ਤੰਦਰੁਸਤ ਰਹੇਗਾ, ਚੁਸਤੀ ਫੁਰਤੀ ਵਿੱਚ ਰਹੇਗਾ। ਅਤੇ ਤਨ ਅਤੇ ਮਨ ਤੰਦਰੁਸਤ ਨਰੋਏ ਹੋਣ ਤਾਂ ਬੰਦਾ ਜੋ ਚਾਹੇ ਕਰ ਸਕਦਾ ਹੈ। ਜੇਕਰ ਇਹ ਵੀਡੀਓ ਚੰਗੀ ਲੱਗੀ ਤਾਂ ਫਿਰ ਇਸ ਨੂੰ ਲਾਈਕ ਅਤੇ ਸ਼ੇਅਰ ਕਰ ਦੇਣਾ, ਨਾਲ ਨਾਲ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਆਪਣੇ ਸੁਝਾਅ ਜ਼ਰੂਰ ਦੱਸਣੇ।